ਵਿਦਿਆਰਥੀਓ, ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਪੜ੍ਹ ਰਹੇ ਸੀ ਪਾਠ 10 ਇੱਕ ਰੁੱਖ ਦੀ ਆਤਮ ਕਥਾ। ਇਹਦੇ ਵਿੱਚ ਬੇਟਾ ਅਸੀਂ ਪਹਿਲਾਂ ਪੜ੍ਹਿਆ ਕਿ ਜਿਹੜਾ ਅੰਬ ਦਾ ਰੁੱਖ ਹੈ ਉਹ ਆਪਣੇ ਬਾਰੇ ਦੱਸ ਰਿਹਾ ਹੈ ਕਿ ਕਿਵੇਂ ਉਹ ਕਿਹੜੀ ਥਾਂ 'ਤੇ ਪੈਦਾ ਹੋਇਆ, ਫਿਰ ਉਸ ਨੂੰ ਪੁੱਟ ਕੇ ਕਿਸੇ ਦੂਸਰੀ ਥਾਂ 'ਤੇ ਲਗਾਇਆ ਗਿਆ। ਹੌਲੀ ਹੌਲੀ ਜਦੋਂ ਵੱਡਾ ਹੋਇਆ ਅਤੇ ਉਹ ਸਾਰੇ ਘਰ ਦੇ ਉਸ ਦੇ ਨਾਲ ਪਿਆਰ ਕਰਨ ਲੱਗੇ। ਫਿਰ ਇੱਕ ਵਾਰੀ ਜਦੋਂ ਉਹਨੂੰ ਬੂਰ ਪਿਆ ਅਤੇ ਫਿਰ ਉਹਦਾ ਇੱਕ ਰਾਤ ਤੂਫਾਨ ਆਇਆ ਅਤੇ ਉਹਦਾ ਜਿਹੜਾ ਬੂਰ ਸੀ ਸਾਰਾ ਝੜ ਕੇ ਜਿਹੜਾ ਸੀ ਉਹ ਥੱਲੇ ਡਿੱਗ ਗਿਆ। ਉਸ ਦੇ ਘਰ ਦੇ ਜਿਹੜੇ ਸੀ ਉਹ ਘਰ ਵਾਲੇ ਜਿਹੜੇ ਸੀ ਉਹ ਨਿਰਾਸ਼ ਨਾ ਹੋਏ। ਹੁਣ ਉਹ ਕਹਿਣ ਲੱਗੇ ਕਿ ਚਲੋ ਇਸ ਵਾਰ ਨਹੀਂ ਅਤੇ ਅਗਲੀ ਵਾਰ ਇਸ ਨੂੰ ਜ਼ਰੂਰ ਫਲ ਲੱਗੇਗਾ। ਹੁਣ ਅਗਲੀ ਵਾਰ ਜਾਂ ਅਗਲੇ ਸਾਲ ਉਸ ਨੂੰ ਫਲ ਲੱਗਾ ਕਿ ਨਹੀਂ ਲੱਗਾ, ਆਓ ਅਸੀਂ ਅੱਗੇ ਪੜ੍ਹਦੇ ਹਾਂ। ਅਗਲੇ ਸਾਲ ਮੈਂ ਸਾਰੇ ਪਰਿਵਾਰ ਨੂੰ ਖੁਸ਼ ਕਰ ਦਿੱਤਾ। ਸਭ ਨੂੰ ਬਹੁਤ ਸਾਰੇ ਅੰਬ ਦਿੱਤੇ। ਘਰ ਅੰਬਾਂ ਨਾਲ ਭਰ ਦਿੱਤਾ। ਰੂਬੀ ਦੀ ਦਾਦੀ ਨੇ ਤਾਂ ਅੰਬ ਦਾ ਅਚਾਰ ਪਾਉਣ ਵਿੱਚ ਕੋਈ ਕਸਰ ਨਾ ਰੱਖੀ। ਸਭ ਨੂੰ ਡੱਬੇ ਭਰ ਭਰ ਕੇ ਅਚਾਰ ਭੇਜਣ ਦਾ ਰਿਵਾਜ ਸ਼ੁਰੂ ਕਰ ਦਿੱਤਾ। ਅੰਬਾਂ ਦਾ ਮੁਰੱਬਾ, ਅੰਬਾਂ ਦੀ ਚਟਨੀ, ਅੰਬਾਂ ਦਾ ਜੈਮ, ਇੱਥੋਂ ਤੱਕ ਕਿ ਅੰਬਾਂ ਦਾ ਸ਼ਰਬਤ, ਕੱਚੇ ਅੰਬਾਂ ਦੀ ਸਬਜ਼ੀ, ਕੁਝ ਨਾ ਕੁਝ ਅੰਬ ਦਾ ਪਕਵਾਨ ਪੱਕਦਾ ਹੀ ਰਹਿੰਦਾ। ਜਿਸ ਘਰ ਦੇ ਵਿਹੜੇ ਵਿੱਚ ਮੇਰਾ ਵਾਸਾ ਸੀ ਉਹ ਸਾਰੀ ਗਲੀ ਵਿੱਚ ਅੰਬਾਂ ਵਾਲਾ ਘਰ ਮਸ਼ਹੂਰ ਹੋ ਗਿਆ। ਵਿਦਿਆਰਥੀਓ, ਅਗਲੇ ਸਾਲ ਜਿਹੜੇ ਸੀਗੇ ਉਸ ਜਿਹੜਾ ਅੰਬ ਦਾ ਦਰਖਤ ਹੈ ਆਪਣੇ ਆਤਮ ਕਥਾ ਦੱਸ ਰਿਹਾ ਸੀ, ਉਹਨੂੰ ਅਗਲੇ ਸਾਲ ਬਹੁਤ ਫਲ ਪਿਆ। ਉਸ ਦੇ ਘਰ ਦੇ ਬਹੁਤ ਖੁਸ਼ ਹੋਏ। ਉਹ ਮੁਰੱਬੇ, ਚਟਨੀ ਵਗੈਰਾ ਜੋ ਵੀ ਸਮਾਨ ਅੰਬਾਂ ਤੋਂ ਬਣ ਸਕਦਾ ਸੀ ਉਹ ਬਣਾਉਣ ਲੱਗੇ, ਵੱਖਰੇ ਵੱਖਰੇ ਪਕਵਾਨ ਬਣਾਉਣ ਲੱਗੇ। ਅਤੇ ਉੱਥੇ ਜਿਹੜੇ ਸੀਗੇ ਜਿਸ ਘਰ ਦੇ ਵਿਹੜੇ ਵਿੱਚ ਉਹ ਕਹਿੰਦਾ ਕਿ ਮੇਰਾ ਵਾਸਾ ਸੀ, ਉਹ ਗਲੀ ਜਿਹੜੀ ਸੀ ਉਹ ਘਰ ਦਾ ਜਿਹੜਾ ਨਾਂ ਸੀ ਉਹ ਅੰਬਾਂ ਵਾਲਾ ਘਰ ਹੀ ਮਸ਼ਹੂਰ ਹੋ ਗਿਆ ਸੀ। ਨੈਕਸਟ ਹੈ ਬੇਟਾ, 5 ਸਾਲ ਇਹ ਸਿਲਸਿਲਾ ਚੱਲਦਾ ਰਿਹਾ। ਹਰ ਸਾਲ ਢੇਰਾਂ ਦੇ ਢੇਰ ਅੰਬ ਉਤਰਨ ਲੱਗੇ। ਜਦੋਂ ਅੰਬ ਖਾਣ ਦਾ ਸ਼ੌਕ ਖਤਮ ਹੋ ਗਿਆ ਤਾਂ ਅੰਬ ਮੰਡੀ ਵਿੱਚ ਭੇਜਣੇ ਸ਼ੁਰੂ ਕਰ ਦਿੱਤੇ। ਉਸ ਵੇਲੇ ਮੈਂ ਭਰ ਜਵਾਨ ਸਾਂ। ਮੇਰੀ ਉਮਰ 15 ਸਾਲ ਦੀ ਸੀ। ਮੇਰਾ ਆਕਾਰ ਪੂਰੇ ਵਿਹੜੇ ਤੋਂ ਵੀ ਵੱਡਾ ਹੋ ਗਿਆ ਸੀ। ਮੇਰੀਆਂ ਕਈ ਟਾਹਣੀਆਂ ਇੱਧਰ ਵੱਧ ਕੇ ਫੈਲ ਗਈਆਂ ਸਨ। ਇਹਨਾਂ ਦਿਨਾਂ ਵਿੱਚ ਇੱਕ ਘਟਨਾ ਵਾਪਰੀ। ਮੇਰੀ ਇੱਕ ਟਾਹਣੀ ਗੁਆਂਢੀ ਘਰ ਦੇ ਵਿਹੜੇ ਵੱਲ ਵੱਧ ਗਈ। ਜਦੋਂ ਅੰਬਾਂ ਦਾ ਮੌਸਮ ਆਇਆ ਤਾਂ ਇਸ ਟਾਹਣੀ ਉੱਪਰ ਵੀ ਬਹੁਤ ਸਾਰੇ ਅੰਬ ਲੱਗੇ। ਗੁਆਂਢ ਵਿੱਚ ਜਸਬੀਰ ਕੌਰ ਦਾ ਘਰ ਸੀ। ਉਹਨਾਂ ਆਪਣੇ ਪਾਸੇ ਦੇ ਸਾਰੇ ਅੰਬ ਤੋੜ ਲਏ। ਜਦੋਂ ਰੂਬੀ ਦੀ ਮੰਮੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਰੂਬੀ ਨੂੰ ਉਹਨਾਂ ਦੇ ਘਰ ਭੇਜਿਆ। ਆਂਟੀ ਜੀ, ਮੰਮੀ ਨੇ ਅੰਬ ਮੰਗਵਾਏ ਹਨ ਜਿਹੜੇ ਤੁਸੀਂ ਸਾਡੇ ਦਰਖਤ ਤੋਂ ਲਾਹੇ ਹਨ। ਰੂਬੀ ਦੀ ਗੱਲ ਸੁਣ ਕੇ ਉਹਨਾਂ ਨੂੰ ਗੁੱਸਾ ਤਾਂ ਆਇਆ, ਪਰ ਫਿਰ ਵੀ ਉਹਨਾਂ ਹੱਸਦੇ ਹੱਸਦੇ ਕਿਹਾ, ਕੋਈ ਗੱਲ ਨਹੀਂ ਰੂਬੀ, ਤੂੰ ਆਪਣੀ ਮੰਮੀ ਨੂੰ ਭੇਜ ਦੇ, ਉਹ ਆ ਕੇ ਅੰਬ ਲੈ ਜਾਣ। ਇਹ ਸੁਣ ਕੇ ਰੂਬੀ ਦੀ ਮੰਮੀ ਨੂੰ ਬਹੁਤ ਗੁੱਸਾ ਚੜ੍ਹਿਆ। ਉਹਨਾਂ ਚੱਪਲ ਪਾਈ ਅਤੇ ਜਸਬੀਰ ਕੌਰ ਦੇ ਘਰ ਪਹੁੰਚ ਗਏ। ਹਾਸੇ ਤੋਂ ਗੱਲ ਸ਼ੁਰੂ ਹੋਈ ਅਤੇ ਲੜਾਈ ਵਿੱਚ ਬਦਲ ਗਈ। ਆਂਢ ਗੁਆਂਢ ਦੇ ਲੋਕ ਇਕੱਠੇ ਹੋ ਗਏ। ਜਨਾਨੀਆਂ 'ਚੋਂ ਨਿਕਲ ਕੇ ਗੱਲ ਆਦਮੀਆਂ ਵਿੱਚ ਪਹੁੰਚ ਗਈ। ਜਸਬੀਰ ਕੌਰ ਦੇ ਪਤੀ ਨੂੰ ਮੇਰੀਆਂ ਟਾਹਣੀਆਂ ਉੱਤੇ ਇਤਰਾਜ਼ ਸੀ ਜੋ ਉਹਨਾਂ ਦੇ ਘਰ ਵੱਲ ਲਮਕ ਰਹੀਆਂ ਸਨ। ਆਖਰ ਇਹ ਫੈਸਲਾ ਹੋਇਆ ਕਿ ਮੇਰੀਆਂ ਜ਼ਿਆਦਾ ਫੈਲੀਆਂ ਟਾਹਣੀਆਂ ਕੱਟ ਦਿੱਤੀਆਂ ਜਾਣ। ਅਗਲੇ ਦਿਨ ਲੱਕੜਹਾਰਿਆਂ ਨੂੰ ਬੁਲਾ ਕੇ ਮੇਰਾ ਬਹੁਤ ਹਿੱਸਾ ਵੱਢ ਦਿੱਤਾ ਗਿਆ। ਮੇਰੇ ਸਾਰੇ ਹਰੇ ਪੱਤੇ ਝਾੜ ਦਿੱਤੇ ਗਏ। ਮੇਰੇ ਆਕਾਰ ਨੂੰ ਸਿਰਫ ਘਰ ਦੇ ਵਿਹੜੇ ਤੱਕ ਹੀ ਸੀਮਤ ਕਰ ਦਿੱਤਾ ਗਿਆ। ਕੱਟੇ ਗਏ ਟਾਹਣੇ ਲੱਕੜੀ ਦੇ ਤਣਿਆਂ ਦੇ ਰੂਪ ਵਿੱਚ ਵਿਹੜੇ ਵਿੱਚ ਇੱਕ ਪਾਸੇ ਟਿਕਾ ਦਿੱਤੇ ਗਏ। ਆਪਾਂ ਇਸ ਲੱਕੜੀ ਦਾ ਕੀ ਕਰਾਂਗੇ? ਰੂਬੀ ਦੀ ਮੰਮੀ ਨੂੰ ਮੇਰੇ ਕੱਟ ਕੇ ਛੋਟੇ ਕੀਤੇ ਜਾਣ ਦਾ ਬੜਾ ਦੁੱਖ ਸੀ। ਬਾਲ ਲਵਾਂਗੇ, ਰੂਬੀ ਦੇ ਪਾਪਾ ਦਾ ਜਵਾਬ ਸੀ। ਨਹੀਂ, ਸਾਰੀ ਕਿਵੇਂ ਬਾਲ ਲਵਾਂਗੇ? ਜੇ ਇਸ ਨੂੰ ਬਾਲਦੇ ਰਹੇ ਤਾਂ ਵੀ ਇਹ 2-3 ਸਾਲ ਤੱਕ ਵੀ ਖਤਮ ਨਹੀਂ ਹੋਣੀ। ਅੱਛਾ, ਫਿਰ ਸਵੇਰੇ ਤਰਖਾਣ ਨੂੰ ਬੁਲਾ ਕੇ ਉਸ ਨਾਲ ਸਲਾਹ ਕਰਦੇ ਹਾਂ, ਸ਼ਾਇਦ ਉਹ ਇਸ ਤੋਂ ਕੋਈ ਸਮਾਨ ਤਿਆਰ ਕਰ ਦੇਵੇ। ਹਾਂ, ਇਹ ਗੱਲ ਠੀਕ ਹੈ। ਕੱਪੜਿਆਂ ਵਾਸਤੇ ਅਲਮਾਰੀਆਂ ਬਣਵਾ ਲਵੋ। ਅਗਲੇ ਦਿਨ ਤਰਖਾਣ ਆਇਆ।
ਉਸਨੇ ਕੱਟੀ ਹੋਈ ਲੱਕੜ ਦੀਆਂ ਗੇਲੀਆਂ ਬੇਟਾ ਮੋਟੀ ਤੇ ਲੰਮੀ ਲੱਕੜ ਜਿਹਨੂੰ ਆਪਾਂ ਵੇਖਦੇ ਹਾਂ ਉਹਨੂੰ ਗੇਲੀਆਂ, ਲੱਕੜ ਦੀਆਂ ਗੇਲੀਆਂ ਦੇਖੀਆਂ, ਮਿਣੀਆਂ ਤੇ ਹਿਸਾਬ ਲਗਾ ਕੇ ਕਹਿਣ ਲੱਗਾ, ਅੰਬ ਦੀ ਲੱਕੜ ਹੈ, ਵਿੰਗੀ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ, ਇਸ ਦਾ ਫਰਨੀਚਰ ਤੇ ਨਹੀਂ ਬਣ ਸਕਦਾ, ਅਲਮਾਰੀ ਲਈ ਇਸ ਦੀ ਚੌੜਾਈ ਘੱਟ ਹੈ, ਮੇਰੀ ਮੰਨੋ ਇਸ ਨੂੰ ਬਾਲਣ ਦੇ ਭਾਅ ਵੇਚ ਦਿਓ, ਅਲਮਾਰੀਆਂ ਲਈ ਵਧੀਆ ਲੱਕੜ ਲਿਆਓ, ਅੱਛਾ ਕਿਸੇ ਕੰਮ ਨਹੀਂ ਆਉਣੀ। ਹਾਏ ਮੇਰੇ ਅੰਬ ਦੀ ਲੱਕੜ, ਰੂਬੀ ਦੀ ਮੰਮੀ ਨੂੰ ਬਹੁਤ ਦੁੱਖ ਹੋਇਆ। ਫਿਰ ਇਸ ਦਾ ਕੀ ਲਾਭ ਹੈ? ਅੰਬ ਜਿਹੜੇ ਇਸ ਨੂੰ ਲੱਗਦੇ ਹਨ ਉਹਨਾਂ ਨਾਲੋਂ ਚੰਗੇ ਤਾਂ ਬਾਜ਼ਾਰ ਤੋਂ ਹੀ ਮਿਲ ਜਾਂਦੇ ਹਨ। ਰੂਬੀ ਦੇ ਪਾਪਾ ਮੰਮੀ ਦੀ ਗੱਲ ਸੁਣ ਕੇ ਬੋਲੇ, ਛਾਂ ਵੀ ਤਾਂ ਦਿੰਦਾ ਰਿਹਾ ਹੈ। ਲੈ, ਛਾਂ ਦਾ ਅਸੀਂ ਕੀ ਕਰਨਾ ਹੈ? ਪੱਤਿਆਂ ਦੇ ਢੇਰ ਵੀ ਤਾਂ ਸਾਨੂੰ ਹੀ ਹੁੰਝਣੇ ਪੈਂਦੇ ਹਨ। ਕਾਫੀ ਸਲਾਹ ਮਸ਼ਵਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਮੈਨੂੰ ਪੂਰੀ ਤਰ੍ਹਾਂ ਕੱਟ ਕੇ ਥਾਂ ਖਾਲੀ ਕਰ ਦਿੱਤੀ ਜਾਵੇ। ਹੁਣ ਸਵੇਰੇ ਲੱਕੜ ਕੱਟਣ ਵਾਲੇ ਮਜ਼ਦੂਰ ਆਉਣਗੇ ਤੇ ਮੈਨੂੰ ਜੜੋਂ ਹੀ ਕੱਢ ਦੇਣਗੇ। ਇਸ ਤਰ੍ਹਾਂ ਵਿਹੜਾ ਖੁੱਲ੍ਹਾ ਹੋ ਜਾਏਗਾ। ਅੱਜ ਦੀ ਰਾਤ ਮੇਰੀ ਆਖਰੀ ਰਾਤ ਹੈ। ਘਰ ਵਾਲੇ ਆਖਦੇ ਹਨ ਕਿ ਮੈਂ ਕਿਸੇ ਕੰਮ ਦਾ ਨਹੀਂ। ਮੈਂ ਸੋਚਦਾ ਹਾਂ ਭਲਾ ਮੈਂ ਛਾਂ ਤੋਂ ਬਿਨਾਂ ਇਹਨਾਂ ਨੂੰ ਕੁਝ ਵੀ ਨਹੀਂ ਦਿੱਤਾ। ਵਿਦਿਆਰਥੀਓ, ਇਸ ਦੇ ਨਾਲ ਹੀ ਸਾਡਾ ਜਿਹੜਾ ਇਹ ਲੈਸਨ ਹੈ ਇਹ ਖਤਮ ਹੁੰਦਾ ਹੈ। ਅਤੇ ਜਿਵੇਂ ਤੁਸੀਂ ਪੜ੍ਹਿਆ ਕਿ ਅਗਲੇ ਸਾਲ ਉਸਨੇ ਅੰਬ ਤਾਂ ਬਹੁਤ ਦਿੱਤੇ, ਪਰ ਗਵਾਂਢੀਆਂ ਦੇ ਘਰ ਜਿਹੜੀ ਉਹਦੀ ਟਾਹਣੀ ਇੱਕ ਚਲੀ ਗਈ, ਗਵਾਂਢਣ ਨੇ ਉਹਦੇ ਅੰਬ ਤੋੜ ਲਏ ਅਤੇ ਉਹ ਜਿਨ੍ਹਾਂ ਦੇ ਘਰ ਦਾ ਅੰਬ ਸੀਗਾ ਰੂਬੀ ਕੇ ਘਰ, ਉਹਦੀ ਮੰਮੀ ਨੂੰ ਬਹੁਤ ਗੁੱਸਾ ਆਇਆ ਕਿ ਉਹਨਾਂ ਨੇ ਸਾਡੇ ਅੰਬ ਤੋੜ ਲਏ। ਇਹ ਛੋਟੀ ਜਿਹੀ ਗੱਲ ਤੋਂ ਲੜਾਈ ਵੱਧਦੀ ਉਹਨਾਂ ਵੱਡਿਆਂ ਤੱਕ ਪਹੁੰਚ ਗਈ, ਜਨਾਨੀਆਂ ਤੋਂ ਲੈ ਕੇ ਫਿਰ ਬੰਦਿਆਂ ਤੱਕ ਪਹੁੰਚ ਗਈ। ਉਸ ਤੋਂ ਬਾਅਦ ਇੰਨਾ ਝਗੜਾ ਫੈਲ ਗਿਆ ਕਿ ਇਸ ਦਾ ਅਸੀਂ ਕੀ ਕਰਨਾ, ਇਸ ਨੇ ਸਾਨੂੰ ਦਿੱਤਾ ਹੀ ਕੀ ਹੈ। ਉਹਨਾਂ ਨੂੰ ਛੇਤੀ ਹੀ ਯਾਦ ਭੁੱਲ ਗਿਆ ਕਿ ਉਹ ਛਾਂ ਤੋਂ ਇਲਾਵਾ ਬਹੁਤ ਸਾਰੇ ਅੰਬ ਵੀ ਦਿੰਦਾ ਰਿਹਾ ਹੈ, ਜਿਸ ਦੇ ਉਹ ਵੱਖਰੇ ਪਕਵਾਨ ਹਰ ਸਾਲ ਬਣਾਉਂਦੇ ਅਤੇ ਮੰਡੀ ਵੀ ਵੇਚਦੇ ਸਨ। ਧੰਨਵਾਦ।